ਹੁਣ ਤੱਕ ਆਪ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਵਿੱਚ ਭੱਟ ਸਾਹਿਬਾਨ ਨੇ ਜੋ 60 ਸਵਈਏ ਉਚਾਰਨ ਕੀਤੇ ਹੈ, ਸੋ ਇਹਨਾਂ ਦੀ ਵਿਚਾਰ ਸਰਵਣ ਕਰ ਚੁੱਕੇ ਹੋ। ਆਓ ਹੁਣ ਇਸ ਤੋਂ ਅੱਗੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਭੱਟ ਜਨ ਬਾਣੀ ਉਚਾਰਨ ਕਰਦੇ ਹੈ। ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਸਵਈਏ ਮਹੱਲੇ ਪੰਜਵੇਂ ਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਵਈਏ ਮਹੱਲੇ ਪੰਜਵੇਂ ਕੇ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਭੱਟ ਸਾਹਿਬਾਨ ਦੇ ਉਚਾਰਨ ਕੀਤੇ ਹੋਏ ਸਵਈਏ। ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਮੰਗਲ ਕਰਦੇ ਹੈ। ਇੱਕ ਓੰਕਾਰ। ਪਰਮਾਤਮਾ ਇੱਕ ਅਦੁੱਤੀ ਹੈ। ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਇੱਕ ਅਦਵੈਤ ਸਰੂਪ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸਿਮਰਨ ਸੋਈ ਪੁਰਖ ਅਚਲ ਅਬਨਾਸੀ। ਸਿਮਰਨ ਸੋਈ ਪੁਰਖ ਅਚਲ ਅਬਨਾਸੀ। ਸਤਿਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਭੱਟ ਕੱਲ ਜੀ ਦੇ ਉਚਾਰਨ ਕੀਤੇ ਹੋਏ ਇਹ ਪਵਿੱਤਰ ਸਵਈਏ ਹਨ। 12 ਸਵਈਏ ਜਿਹੜੇ ਨੇ, ਜਿਸ ਦੇ ਵਿੱਚੋਂ 6ਵਾਂ ਸਵਈਆ ਭੱਟ ਕੱਲ ਸਹਾਰ ਦਾ ਉਚਾਰਨ ਕੀਤਾ ਹੋਇਆ ਹੈ। ਭੱਟ ਕੱਲ ਤੇ ਭੱਟ ਕੱਲ ਸਹਾਰ ਇਹ ਦੋਵੇਂ ਸਕੇ ਭਰਾ ਸਨ, ਇਸ ਲਈ ਵਿੱਚ ਅੰਕ ਨਹੀਂ ਬਦਲਿਆ ਹੋਇਆ। 6ਵਾਂ ਸਵਈਆ ਭੱਟ ਕੱਲ ਸਹਾਰ ਦਾ ਹੈ। ਔਰ ਹੁਣ ਭੱਟ ਕੱਲ ਸਹਾਰ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤ ਕਰਦੇ ਹੈ। ਸਿਮਰਨ ਸੋਈ ਪੁਰਖ ਅਚਲ ਅਬਨਾਸੀ। ਸਭ ਤੋਂ ਪਹਿਲਾਂ ਮੈਂ ਅਕਾਲ ਪੁਰਖ ਪਰਮਾਤਮਾ ਜੋ ਵਿਆਪਕ ਹੈ, ਅਚਲ ਚਲਾਏ ਮਾਨ ਤੋਂ ਰਹਿਤ ਹੈ, ਅਬਨਾਸ਼ੀ ਨਾਸ਼ ਤੋਂ ਰਹਿਤ ਹੈ, ਉਸ ਵਾਹਿਗੁਰੂ ਪਰਮਾਤਮਾ ਨੂੰ ਸਿਮਰਦਾ ਹਾਂ। ਜਿਸ ਸਿਮਰਤ ਦੁਰਮਤ ਮਲ ਨਾਸੀ। ਜਿਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਦਿਆਂ ਹੋਇਆਂ ਖੋਟੀ ਮਤ ਰੂਪੀ ਮੈਲ ਨਾਸ਼ ਹੋ ਜਾਂਦੀ ਹੈ। ਜਿਸ ਸਿਮਰਤ ਦੁਰਮਤ ਮਲ ਨਾਸੀ। ਜਿਸ ਦਾ ਸਿਮਰਨ ਕੀਤਿਆਂ ਭੈੜੀ ਮਤ ਦੀ ਮੈਲ ਦੂਰ ਹੋ ਜਾਂਦੀ ਹੈ। ਸਤਿਗੁਰ ਚਰਨ ਕਮਲ ਰਿਦ ਧਾਰਨ। ਸਤਿਗੁਰ ਚਰਨ ਕਮਲ ਰਿਦ ਧਾਰਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਧਾਰ ਕਰਕੇ ਗੁਰ ਅਰਜਨ ਗੁਣ ਸਹਿਜ ਵਿਚਾਰਨ। ਗੁਰ ਅਰਜੁਨ ਗੁਣ ਸਹਿਜ ਵਿਚਾਰਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਣ ਸਹਿਜ ਅਵਸਥਾ ਵਿੱਚ ਟੇਕ ਕਰਕੇ ਵਿਚਾਰਦਾ ਹਾਂ। ਸਿਮਰਨ ਸੋਈ ਪੁਰਖ ਅਚਲ ਅਬਨਾਸੀ। ਜਿਸ ਸਿਮਰਤ ਦੁਰਮਤ ਮਲ ਨਾਸੀ। ਸਤਿਗੁਰ ਚਰਨ ਕਮਲ ਰਿਦ ਧਾਰਨ। ਗੁਰ ਅਰਜੁਨ ਗੁਣ ਸਹਿਜ ਵਿਚਾਰਨ। ਸਹਿਜ ਵਿੱਚ ਅਡੋਲਤਾ ਵਿੱਚ ਟੇਕ ਕਰਕੇ ਸ਼ਾਂਤ ਸੁਭਾਅ ਧਾਰ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਣਾਂ ਦੀ ਮੈਂ ਵਿਚਾਰ ਕਰਦਾ ਹਾਂ। ਗੁਰੂ ਰਾਮਦਾਸ ਕਰ ਗਿਓ ਪ੍ਰਗਾਸਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਕਾਸ਼ ਲੈਣਾ ਕੀਤਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਬਿਕਰਮੀ ਸੰਮਤ 1620 ਨੂੰ
ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਸਤਿਕਾਰਯੋਗ ਆਪ ਜੀ ਦੇ ਮਾਤਾ ਭਾਨੀ ਜੀ, ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਹਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਪ੍ਰਕਾਸ਼ ਲਿਆ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਪ ਜੀ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਪ੍ਰਾਪਤ ਹੋਈ। ਰਿਸ਼ਤੇ ਵਿੱਚ ਗੁਰੂ ਅਮਰਦਾਸ ਮਹਾਰਾਜ ਗੁਰੂ ਅਰਜੁਨ ਦੇਵ ਜੀ ਦੇ ਨਾਨਾ ਜੀ ਲੱਗਦੇ ਹੈ। ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਰਹਿਣ ਦਾ ਮੌਕਾ ਮਿਲਿਆ। ਗੁਰ ਰਾਮਦਾਸ ਘਰ ਕੀਓ ਪ੍ਰਗਾਸਾ। ਸਤਿਗੁਰੂ ਅਰਜੁਨ ਦੇਵ ਜੀ ਆਪ ਜੀ ਨੇ ਗੋਇੰਦਵਾਲ ਦੀ ਧਰਤੀ 'ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਪ੍ਰਕਾਸ਼ ਲੈਣਾ ਕੀਤਾ। ਸਗਲ ਮਨੋਰਥ ਪੂਰੀ ਆਸਾ। ਸੱਚੇ ਪਾਤਸ਼ਾਹ ਆਪ ਜੀ ਸਾਰੇ ਮਨ ਦੇ ਮਨੋਰਥ ਤੇ ਆਸ ਨੂੰ ਪੂਰੀਆਂ ਕਰਨ ਵਾਲੇ ਹੋ। ਸਿੱਖਾਂ ਦੇ ਮਨ ਦੇ ਮਨੋਰਥ, ਮਨ ਦੀ ਆਸ ਨੂੰ ਆਪ ਨੇ ਪੂਰਾ ਕੀਤਾ ਹੈ। ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜਨਮਤ ਪ੍ਰਕਾਸ਼ ਲੈਂਦਿਆਂ ਹੀ ਗੁਰਮਤਿ ਬ੍ਰਹਮ ਪਛਾਣਿਓ, ਗੁਰੂ ਦੀ ਮੱਤ ਦੁਆਰਾ ਬ੍ਰਹਮ ਪਰਮਾਤਮਾ ਨੂੰ ਪਛਾਣਿਆ ਹੈ। ਜਨਮਤ ਤੋਂ ਭਾਵ ਪ੍ਰਕਾਸ਼ ਲੈਂਦਿਆਂ ਹੀ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਪ ਜੀ ਨੇ ਪ੍ਰਕਾਸ਼ ਲਿਆ, ਉਦੋਂ ਹੀ ਗੁਰੂ ਦੀ ਮੱਤ ਲੈ ਕੇ ਆਪ ਜੀ ਨੇ ਬ੍ਰਹਮ ਦੀ ਪਛਾਣ ਕੀਤੀ ਹੈ। ਕਲ ਜੋੜ ਕਰ ਸੋ ਜਸ ਵਖਾਣਿਓ। ਪਟ ਕਲ ਜੀ ਕਥਨ ਕਰਦੇ ਐ, ਮੈਂ ਦੋਨੋਂ ਹੱਥ ਜੋੜ ਕੇ ਆਪ ਜੀ ਦੇ ਸ੍ਰੇਸ਼ਟ ਜਸ ਨੂੰ ਕਥਨ ਕਰਦਾ ਹਾਂ। ਭਗਤ ਜੋ ਕਉ ਜੈਤਵਾਰ ਹਰ ਜਨਕ ਉਪਾਇਓ। ਧੰਨ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਭਗਤੀ ਯੋਗ ਨੂੰ ਆਪ ਜੀ ਜਿੱਤਣ ਵਾਲੇ ਹੋ, ਅਥਵਾ ਭਗਤੀ ਨੂੰ ਔਰ ਯੋਗ ਨੂੰ ਆਪ ਨੇ ਜਿੱਤਿਆ ਹੋਇਆ ਹੈ। ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕੀਤੀ, ਭਗਤੀ ਕੀਤੀ ਹੈ। ਵਾਹਿਗੁਰੂ ਦੇ ਚਰਨਾਂ ਦੇ ਨਾਲ ਆਪ ਜੀ ਸਦਾ ਜੁੜੇ ਹੋਏ ਹੋ। ਭਗਤ ਜੋਗ ਕਉ ਜੈਤਵਾਰ, ਭਗਤੀ ਯੋਗ ਨੂੰ ਆਪ ਜੀ ਜਿੱਤਣ ਵਾਲੇ ਹੋ। ਹਰ ਜਨਕ ਉਪਾਇਓ, ਹਰੀ ਵਾਹਿਗੁਰੂ ਪਰਮਾਤਮਾ ਨੇ ਆਪ ਜੀ ਨੂੰ ਜਨਕ ਗਿਆਨਵਾਨ ਉਪਾਇਓ ਪੈਦਾ ਕੀਤਾ ਹੈ। ਜਿਵੇਂ ਰਾਜਾ ਜਨਕ ਗਿਆਨਵਾਨ ਸੀ, ਰਾਜ ਭਾਗ ਹੁੰਦਿਆਂ ਵੀ ਨਿਰਲੇਪ ਰਹਿੰਦਾ ਰਿਹਾ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪ ਨਿਰਲੇਪ ਹੋ, ਗਿਆਨਵਾਨ ਹੋ। ਹਰੀ ਨੇ ਆਪ ਜੀ ਨੂੰ ਜਨਕ ਗਿਆਨਵਾਨ ਪੈਦਾ ਕੀਤਾ ਹੈ। ਅਥਵਾ ਹਰੀ ਜੋ ਜਨਕ ਸਾਰਿਆਂ ਦਾ ਪਿਤਾ ਰੂਪ ਹੈ, ਉਸ ਨੇ ਆਪਣਾ ਆਪ ਜੀ ਦੇ ਰੂਪ ਵਿੱਚ ਪੈਦਾ ਕੀਤਾ ਹੈ। ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਸ਼ਬਦ ਗੁਰੂ ਪ੍ਰਕਾਸ਼ਿਓ, ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਜੀ ਨੇ ਪ੍ਰਕਾਸ਼ ਕੀਤਾ, ਪ੍ਰਗਟ ਕੀਤਾ। ਗੁਰੂ ਅਰਜੁਨ ਦੇਵ ਮਹਾਰਾਜ ਹਜੂਰ ਨੇ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਜੀ, ਸਾਰੇ ਗੁਰੂ ਸਾਹਿਬਾਨ ਦੀ ਬਾਣੀ, ਆਪਣੀ ਉਚਾਰਨ ਕੀਤੀ ਹੋਈ ਬਾਣੀ, ਭਗਤਾਂ ਦੀ, ਗੁਰਸਿੱਖਾਂ ਦੀ ਔਰ ਜੋ ਭੱਟਾਂ ਦੀ ਬਾਣੀ ਆਪਾਂ ਸਰਵਣ ਕਰ ਰਹੇ ਹਾਂ, ਸਾਰੀ ਬਾਣੀ ਨੂੰ ਇੱਕ ਥਾਂ 'ਤੇ ਇਕੱਤਰ ਕਰਵਾਇਆ। ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਰਾਮਸਰ ਸਾਹਿਬ ਵਾਲੇ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪ ਜੀ ਨੇ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆ। ਸਤਿਗੁਰੂ ਜੀਓ ਸ਼ਬਦ ਗੁਰੂ ਪ੍ਰਕਾਸ਼ਿਓ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਜੀ ਨੇ ਪ੍ਰਕਾਸ਼ਿਆ, ਪ੍ਰਗਟ ਕੀਤਾ ਹੈ। ਅਥਵਾ ਗੁਰੂ ਦੇ ਸ਼ਬਦ ਨੂੰ ਆਪ ਜੀ ਨੇ ਹਿਰਦੇ ਦੇ ਵਿੱਚ ਪ੍ਰਗਟ ਕੀਤਾ ਹੈ। ਹਰ ਰਸਨ ਵਸਾਇਓ, ਹਰੀ ਪਰਮਾਤਮਾ ਨੂੰ ਆਪ ਜੀ ਨੇ ਆਪਣੀ ਰਸਨਾ 'ਤੇ ਵਸਾਇਆ ਹੋਇਆ ਹੈ। ਅਥਵਾ ਆਪ ਜੀ ਨੇ ਹਰੀ ਨੂੰ ਗੁਰਸਿੱਖਾਂ ਦੀ ਰਸਨਾ 'ਤੇ ਸੱਚੇ ਪਾਤਸ਼ਾਹ ਵਸਾਇਆ ਹੈ ਮਿਹਰ ਕਰਕੇ। ਸ਼ਬਦ ਗੁਰੂ, ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਔਰ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਪਾਵਨ ਜੀਵਨ ਪੜ੍ਹਦੇ ਹਾਂ, ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਵਿੱਚ ਆਪ ਬੈਠਦੇ, ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਰਹਿਣ ਦਾ ਬਚਪਨ ਵਿੱਚ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ।
ਮਹਾਰਾਜ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸਨ ਆਪ ਜੀ ਦੇ ਤਾਈਂ, ਦੋਹਿਤਾ ਬਾਣੀ ਕਾ ਬੋਹਿਤਾ, ਵੀ ਇਹ ਸਾਡਾ ਦੋਹਤਾ ਬਾਣੀ ਦਾ ਬੋਹਿਤ ਹੋਵੇਗਾ, ਜਹਾਜ਼ ਹੋਵੇਗਾ। ਐਸਾ ਜਹਾਜ਼ ਸਤਿਗੁਰੂ ਨੇ ਰਚਿਆ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣੀ ਚਰਨੀ ਲੱਗ ਕਰਕੇ ਅਨੇਕਾਂ ਹੀ ਜੀਵ ਸੰਸਾਰ ਤੋਂ ਤਰ ਰਹੇ ਹੈ। ਸੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੱਡੀ ਕਿਰਪਾ ਕੀਤੀ। ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ, ਆਪ ਜੀ ਨੇ ਹਰੀ ਨੂੰ ਰਸਨਾ 'ਤੇ ਵਸਾਇਆ ਹੈ। ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨੀ ਲੱਗ ਕਰਕੇ ਗੁਰੂ ਅੰਗਦ ਦੇਵ ਜੀ ਨੇ ਉੱਤਮ ਪਦਵੀ ਪਾਈ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨੀ ਲੱਗ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਤਮ ਪਦਵੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨੀ ਲੱਗ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਉੱਤਮ ਪਦਵੀ ਨੂੰ ਪਾਇਆ। ਇਸੇ ਤਰ੍ਹਾਂ ਮਹਾਰਾਜ ਆਪ ਜੀ ਨੇ ਗੁਰੂ ਰਾਮਦਾਸ ਜੀ ਦੇ ਚਰਨੀ ਲੱਗ ਕਰਕੇ ਉੱਤਮ ਪਦ ਨੂੰ ਪਾਇਆ ਹੈ, ਉੱਤਮ ਪਦਵੀ ਨੂੰ ਪ੍ਰਾਪਤ ਕੀਤਾ ਹੈ। ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਗੁਰ ਅਰਜੁਨ ਘਰ ਗੁਰੂ ਰਾਮਦਾਸ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਆਪ ਭਗਤੀ ਰੂਪ ਉਤਰ ਕੇ ਆਏ ਹੋ, ਪ੍ਰਗਟ ਹੋਏ ਹੋ। ਗੁਰਸਿੱਖਾਂ ਨੂੰ ਭਗਤੀ ਕਰਾਉਣ ਵਾਸਤੇ ਆਪ ਜੀ ਦਾ ਅਵਤਰਨ ਹੋਇਆ ਹੈ। ਆਪ ਜੀ ਆਏ ਹੋ, ਪ੍ਰਗਟ ਹੋਏ ਹੋ। ਸਾਧ ਸੰਗਤ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਖਾਸ ਵਿਸ਼ਰਾਮ ਦਾ ਧਿਆਨ ਰੱਖਣਾ। ਖਾਸ ਕਰਕੇ ਇਹ ਜਿਹੜੀ ਪੰਕਤੀ ਹੈ, ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਗੁਰ ਅਰਜੁਨ 'ਤੇ ਥੋੜ੍ਹਾ ਜਿਹਾ ਰੁਕਣਾ ਹੈ, ਵਿਸ਼ਰਾਮ ਦੇਣਾ, ਠਹਿਰਾ। ਗੁਰ ਰਾਮਦਾਸ ਘਰ ਗੁਰ ਰਾਮਦਾਸ ਪੜ੍ਹਨਾ ਹੈ। ਇਹ ਨਹੀਂ ਵੀ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਜੇ ਘਰ ਸ਼ਬਦ ਨੂੰ ਅਸੀਂ ਗੁਰੂ ਅਰਜੁਨ ਦੇਵ ਜੀ ਦੇ ਨਾਂ ਦੇ ਨਾਲ ਜੋੜ ਦੇਵਾਂਗੇ, ਫਿਰ ਅਰਥ ਉਲਟ ਹੋ ਜਾਣਾ। ਗੁਰ ਅਰਜੁਨ ਘਰ ਗੁਰ ਰਾਮਦਾਸ, ਇਹਦਾ ਅਰਥ ਹੈ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਗੁਰੂ ਅਰਜੁਨ ਦੇਵ ਜੀ ਪ੍ਰਗਟ ਹੋਏ। ਅਤੇ ਜੇ ਤੁਸੀਂ ਪੜ੍ਹੋਗੇ ਗੁਰ ਅਰਜੁਨ ਘਰ ਗੁਰ ਰਾਮਦਾਸ, ਅਤੇ ਫਿਰ ਇਹ ਹੋ ਜਾਣਾ ਵੀ ਗੁਰੂ ਅਰਜੁਨ ਦੇਵ ਜੀ ਦੇ ਘਰ ਦੇ ਵਿੱਚ ਗੁਰੂ ਰਾਮਦਾਸ ਜੀ ਪ੍ਰਗਟ ਹੋਏ। ਅਰਥ ਗਲਤ ਹੋ ਜਾਣਾ। ਪਿਤਾ ਪੁੱਤਰ ਬਣ ਜਾਣਾ ਅਤੇ ਪਿਤਾ ਪੁੱਤਰ ਅਤੇ ਪੁੱਤਰ ਪਿਤਾ ਬਣ ਜਾਣਾ। ਸੋ ਇਸ ਲਈ ਬਾਣੀ ਪੜ੍ਹਨ ਲੱਗਿਆਂ ਵਿਸ਼ਰਾਮ ਦੀ ਤਾਂ ਮਹੱਤਤਾ ਜ਼ਰੂਰੀ ਹੈ ਕਿ ਫਿਰ ਉਹ ਅਰਥ ਹੋਰ ਪਾਸੇ ਚੱਲਿਆ ਜਾਂਦਾ ਜੇ ਵਿਸ਼ਰਾਮ ਸਹੀ ਨਾ ਲੱਗੇ। ਇਸ ਲਈ ਇੱਥੇ ਰੁਕਣਾ ਥੋੜ੍ਹਾ ਜਿਹਾ। ਗੁਰ ਅਰਜੁਨ ਘਰ ਗੁਰ ਰਾਮਦਾਸ, ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਆਪ ਭਗਤੀ ਦਾ ਸਰੂਪ ਉਤਰ ਕੇ ਆਏ ਹੋ। ਬੜ ਭਾਗੀ ਉਨ ਮਾਨਿਓ ਰਿਦ ਸ਼ਬਦ ਵਸਾਇਓ। ਬੜ ਭਾਗੀ ਉਨ ਮਾਨਿਓ, ਵੱਡੇ ਭਾਗਾਂ ਵਾਲਿਆਂ ਨੇ ਆਪ ਜੀ ਨੂੰ ਬ੍ਰਹਮ ਦਾ ਸਵਰੂਪ ਉਨ ਮਾਨਿਓ ਵਿਚਾਰਿਆ ਹੈ। ਰਿਦ ਸ਼ਬਦ ਵਸਾਇਓ, ਆਪ ਜੀ ਨੇ ਆਪਣੇ ਹਿਰਦੇ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਉਪਦੇਸ਼ ਨੂੰ ਵਸਾਇਆ ਹੋਇਆ ਹੈ। ਜੋ ਜੋ ਸਿੱਖਿਆਵਾਂ, ਜੋ ਉਪਦੇਸ਼ ਗੁਰੂ ਰਾਮਦਾਸ ਜੀ ਨੇ ਦਿੱਤਾ, ਆਪ ਜੀ ਨੇ ਆਪਣੇ ਹਿਰਦੇ ਵਿੱਚ ਵਸਾਇਆ, ਉਹਦੇ 'ਤੇ ਅਮਲ ਕੀਤਾ ਹੈ। ਸੱਚੇ ਪਾਤਸ਼ਾਹ ਜੀ ਜਿਨ੍ਹਾਂ ਵੱਡਿਆਂ ਭਾਗਾਂ ਵਾਲੇ ਗੁਰਸਿੱਖਾਂ ਨੇ ਹਿਰਦੇ ਦੇ ਵਿੱਚ ਆਪ ਦੇ ਸ਼ਬਦ ਨੂੰ ਵਸਾਇਆ ਹੈ, ਉਹਨਾਂ ਨੇ ਆਪ ਜੀ ਨੂੰ ਬ੍ਰਹਮ ਸਰੂਪ ਵਿਚਾਰਨਾ ਕੀਤਾ ਹੈ। ਮਨ ਮਾਣਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ। ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਆਪ ਜੀ ਨੇ ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਦ੍ਰਿੜ ਕਰਵਾਇਆ ਹੈ, ਉਹਨਾਂ ਦਾ ਮਨ ਮਾਣਕ ਵਾਂਗੂ ਸ਼ੁੱਧ ਹੋ ਗਿਆ। ਸੰਤੋਖਿਓ, ਉਹਨਾਂ ਦੇ ਮਨ ਨੂੰ ਸੰਤੋਖ ਪ੍ਰਾਪਤ ਹੋ ਗਿਆ ਜਿਨ੍ਹਾਂ ਨੂੰ ਤੁਸੀਂ ਨਾਮ ਦ੍ਰਿੜ ਕਰਵਾ ਦਿੱਤਾ। ਐਸੀ ਸਮਰੱਥਾ ਵਾਲੇ, ਕਿਰਪਾ ਕਰਨ ਵਾਲੇ, ਬਖਸ਼ਿਸ਼ ਕਰਨ ਵਾਲੇ ਹੋ ਆਪ ਜੀ। ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ। ਸੋ ਅਥਵਾ ਦੂਜਾ ਅਰਥ ਵਿਦਵਾਨ ਇਸ ਤੁਕ ਦਾ ਇਸ ਤਰ੍ਹਾਂ ਵੀ ਕਰਦੇ ਹੈ, ਮਨ ਮਾਣਕ ਸੰਤੋਖਿਓ ਗੁਰ ਨਾਮ ਦਿਰੜਾਇਓ।
ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਜੀ ਨੂੰ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਦ੍ਰਿੜ ਕਰਵਾਇਆ, ਜਿਸ ਨਾਮ ਦੀ ਬਰਕਤ ਦੇ ਨਾਲ ਆਪ ਜੀ ਦਾ ਮਨ ਮਾਣਕ ਦੀ ਨਿਆਈ ਸ਼ੁੱਧ ਹੋਇਆ ਔਰ ਸੰਤੋਖਿਓ ਆਪ ਦੇ ਮਨ ਵਿੱਚ ਸੰਤੋਖ ਪ੍ਰਾਪਤ ਹੋਇਆ। ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ। ਅਗਮ ਜੋ ਮਨ ਕਰਕੇ ਅਗਮ ਹੈ, ਜਿੱਥੇ ਮਨ ਦੀ ਵੀ ਪਹੁੰਚ ਨਹੀਂ। ਅਗੋਚਰ ਜੋ ਇੰਦਰੀਆਂ ਕਰਕੇ ਅਵਿਸ਼ੈ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ। ਪਾਰ ਬ੍ਰਹਮ ਪਰਾਰੂਪ ਬ੍ਰਹਮ ਸਰੂਪ ਪਰਮਾਤਮਾ ਸਤਿਗੁਰ ਦਰਸਾਇਓ। ਸਤਿਗੁਰੂ ਰਾਮਦਾਸ ਜੀ ਨੇ ਐਸੇ ਅਗਮ ਅਗੋਚਰ ਪਾਰ ਬ੍ਰਹਮ ਵਾਹਿਗੁਰੂ ਦੇ ਆਪ ਨੂੰ ਦਰਸ਼ਨ ਕਰਵਾਏ ਹਨ। ਗੁਰ ਅਰਜਨ ਘਰ ਗੁਰ ਰਾਮਦਾਸ ਅਨਪਉ ਠਹਿਰਾਇਓ। ਗੁਰ ਅਰਜਨ ਨਹੀਂ ਨੰਨਾ, ਗੁਰ ਅਰਜੁਨ ਘਰ ਗੁਰ ਰਾਮਦਾਸ ਅਨਪਉ ਠਹਿਰਾਇਓ। ਇਹ ਵੀ ਬਾਣੀ ਪੜ੍ਹਦਿਆਂ ਬਹੁਤ ਵੱਡਾ ਖਿਆਲ ਰੱਖਣਾ, ਨੰਨਾ ਕਿੱਥੇ ਹੈ, ਅਣਾਣਾ ਕਿੱਥੇ ਹੈ। ਇਹਨਾਂ ਦੀ ਆਵਾਜ਼ ਜੋ ਹੈ ਉਹ ਵੱਖੋ ਵੱਖਰੀ ਹੈ। ਅਰਜੁਨ ਅਤੇ ਅਰਜਨ ਕਿੰਨਾ ਫਰਕ ਆ। ਨਿਰੰਜਨ ਨਿਰੰਜਨ, ਅਣਾਣਾ ਅਤੇ ਨੰਨਾ, ਇਹਨਾਂ ਦੀ ਆਵਾਜ਼ ਵੱਖੋ ਵੱਖਰੀ ਹੈ। ਸੋ ਨੰਨਾ ਹੈ ਗੁਰ ਅਰਜੁਨ ਘਰ ਗੁਰ ਰਾਮਦਾਸ ਅਨਪਉ ਠਹਿਰਾਇਓ। ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਅਨੁਭਵ ਗਿਆਨ ਸਵਰੂਪ ਠਹਿਰਾਏ ਗਏ ਹੋ, ਅਥਵਾ ਅਨੁਭਵ ਸਰੂਪ ਗਿਆਨ ਸਰੂਪ ਪਰਮਾਤਮਾ ਜੋ ਹੈ ਉਸਨੇ ਆਪ ਹੀ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਆਪ ਦੇ ਰੂਪ ਵਿੱਚ ਆਪਣਾ ਆਪ ਠਹਿਰਾਇਆ ਹੈ। ਜਨਕ ਰਾਜ ਵਰਤਾਇਆ ਸਤਜੁਗ ਆਲੀਣਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਜੀ ਨੇ ਜਨਕ ਰਾਜ ਵਰਤਾਇਆ, ਗਿਆਨ ਰਾਜ ਵਰਤਾਇਆ ਹੈ। ਜਿਵੇਂ ਰਾਜਾ ਜਨਕ ਗਿਆਨਵਾਨ ਸੀ, ਨਿਰਲੇਪ ਰਹਿੰਦਾ ਸੀ, ਸਤਿਗੁਰੂ ਮਹਾਰਾਜ ਆਪ ਜੀ ਨੇ ਇਸੇ ਤਰ੍ਹਾਂ ਗਿਆਨ ਵਾਲਾ ਰਾਜ ਜਿਹੜਾ ਹੈ ਉਹ ਵਰਤਾ ਦਿੱਤਾ। ਬਾਣੀ ਉਚਾਰਦੇ ਹੋ ਆਪ ਜੀ ਗੁਰਸਿੱਖਾਂ ਨੂੰ ਅੰਮ੍ਰਿਤਮਈ ਬਾਣੀ ਉਚਾਰ ਕੇ ਉਪਦੇਸ਼ ਦੇ ਕੇ ਨਿਹਾਲ ਕਰਦੇ ਹੋ, ਸੋਝੀ ਕਰਾਉਂਦੇ ਹੋ ਸਤ ਅਸਤ ਦੀ। ਜਨਕ ਰਾਜ ਵਰਤਾਇਆ, ਰਾਜੇ ਜਨਕ ਵਾਲਾ ਉਹ ਰਾਜ ਆਪ ਨੇ ਵਰਤਾ ਦਿੱਤਾ, ਭਾਵ ਗਿਆਨ ਰਾਜ ਜਿਹੜਾ ਉਹ ਆਪ ਜੀ ਨੇ ਵਰਤਾਇਆ ਹੈ। ਸਤਜੁਗ ਆ ਲੀਣਾ, ਅਤੇ ਸਤਜੁਗ ਨੂੰ ਕਲਯੁਗ ਦੇ ਵਿੱਚ ਲਿਆ ਕੇ ਤੁਸੀਂ ਲੀਨ ਕਰ ਦਿੱਤਾ। ਸਾਰੇ ਕਹਿੰਦੇ ਕਲਯੁਗ ਹੈ ਕਲਯੁਗ ਹੈ, ਮੇਰੇ ਸਤਿਗੁਰੂ ਜੀ ਫਰਮਾਉਂਦੇ ਹੈ ਜਿੱਥੇ ਵਾਹਿਗੁਰੂ ਦੀ ਭਗਤੀ ਹੈ, ਬੰਦਗੀ ਸੇਵਾ ਸਿਮਰਨ, ਉੱਥੇ ਸਤਜੁਗ ਹੈ। ਆਪ ਜੀ ਨੇ ਮਹਾਨ ਪਰਉਪਕਾਰ ਕੀਤੇ, ਗੁਰਸਿੱਖਾਂ ਨੂੰ ਸਿੱਖੀ ਦੀ ਦਾਤ, ਸਿੱਖੀ ਸਿਧਾਂਤ ਦਾ ਉਪਦੇਸ਼ ਦਿੱਤਾ, ਬਾਣੀ ਉਚਾਰੀ, ਪ੍ਰੇਮਾ ਭਗਤੀ ਕਰਵਾਈ। ਮਹਾਰਾਜ ਆਪ ਜੀ ਨੇ ਸਤਿਯੁਗ ਨੂੰ ਲਿਆ ਕੇ ਇੱਥੇ ਕਲਯੁਗ ਵਿੱਚ ਲੀਨ ਕਰ ਦਿੱਤਾ। ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ। ਸੱਚੇ ਪਾਤਸ਼ਾਹ ਜੀ ਆਪ ਜੀ ਦਾ ਮਨ ਗੁਰੂ ਦੇ ਸ਼ਬਦ ਉੱਤੇ ਮੰਨਿਆ ਹੋਇਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਦੇ ਉੱਤੇ ਆਪ ਜੀ ਦਾ ਮਨ ਮੰਨਿਆ ਹੋਇਆ ਹੈ। ਅਪਤੀਜ ਪਤੀਣਾ, ਅਤੇ ਇਹ ਜਿਹੜਾ ਅਪਤੀਜ, ਜਿਹੜਾ ਮਨ ਕਿਸੇ 'ਤੇ ਪਤੀਜਦਾ ਨਹੀਂ, ਇਹ ਗੁਰੂ ਦੇ ਸ਼ਬਦ ਉੱਤੇ ਪਤੀਜਿਆ ਹੈ। ਭਾਵ ਇਸ ਮਨ ਨੇ ਗੁਰੂ ਦੇ ਸ਼ਬਦ ਦੇ ਉੱਤੇ ਭਰੋਸਾ ਕੀਤਾ ਹੈ, ਨਿਸ਼ਚਾ ਕੀਤਾ ਹੈ। ਗੁਰ ਸ਼ਬਦੇ ਮਨ ਮਾਨਿਆ, ਅਥਵਾ ਜਿਨ੍ਹਾਂ ਗੁਰਸਿੱਖਾਂ ਦਾ ਮਨ ਸੱਚੇ ਪਾਤਸ਼ਾਹ ਆਪ ਜੀ ਦੇ ਸ਼ਬਦ ਉੱਤੇ ਮੰਨਿਆ ਹੈ, ਉਹਨਾਂ ਦਾ ਇਹ ਅਪਤੀਜ ਮਨ ਜਿਹੜਾ ਕਿਤੇ ਵੀ ਪਤੀਜਦਾ ਨਹੀਂ, ਆਪ ਜੀ ਦੇ ਸ਼ਬਦ ਉੱਤੇ ਪਤੀਜਿਆ ਹੈ। ਭਾਵ ਆਪ ਜੀ ਦੇ ਸ਼ਬਦ ਉੱਤੇ ਭਰੋਸਾ ਆਇਆ ਹੈ। ਗੁਰੂ ਨਾਨਕ ਸਚ ਰਾਜ ਨੀਵ ਸਾਜ ਸਤਿਗੁਰ ਸੰਗ ਲੀਣਾ। ਗੁਰ ਨਾਨਕ ਸੱਚ ਨੀਵ ਸਾਜ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੱਚੀ ਭਗਤੀ ਦੀ ਨੀਂਹ ਸਾਜ ਕੇ ਸਤਿਗੁਰ ਸੰਗ ਲੀਣਾ। ਸਤ ਜੋ ਤ੍ਰੈ ਕਾਲ ਆਬਾਦ ਹੈ, ਗੁਰ ਚੇਤਨ ਸਵਰੂਪ ਹੈ ਬ੍ਰਹਮ, ਉਹਦੇ ਵਿੱਚ ਲੀਨ ਹੋਣਾ ਕੀਤਾ। ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੱਚੀ ਭਗਤੀ ਦੀ ਨੀਂਹ ਸਾਜ ਕੇ ਤ੍ਰੈ ਕਾਲ ਆਬਾਦ ਚੇਤਨ ਸਰੂਪ ਪਰਮਾਤਮਾ ਵਿੱਚ ਲੀਨ ਹੋਏ,
ਇਸੇ ਹੀ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਸੱਚੀ ਭਗਤੀ ਦੀ ਨੀਂਹ ਸਾਜ ਕੇ ਵਾਹਿਗੁਰੂ ਵਿੱਚ ਲੀਨ ਹੋਏ। ਫਿਰ ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਵਾਹਿਗੁਰੂ ਵਿੱਚ ਲੀਨ ਹੋਏ ਹੈ, ਔਰ ਆਪ ਵੀ ਸੱਚੇ ਪਾਤਸ਼ਾਹ ਉਸੇ ਮਾਰਗ 'ਤੇ ਚੱਲ ਰਹੇ, ਪ੍ਰੇਮਾ ਭਗਤੀ ਵਾਲੇ 'ਤੇ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਲੀਨ ਹੋਏ ਹੋ, ਉਹਦਾ ਆਪ ਸਵਰੂਪ ਹੋ। ਗੁਰ ਸ਼ਬਦੇ ਮਨ ਮਾਨਿਆ ਅਪ ਤੇਜ ਪਤੀਣਾ, ਗੁਰ ਅਰਜਨ ਘਰ ਗੁਰ ਰਾਮਦਾਸ ਪਰੰਪਰ ਵੀਣਾ। ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਵੀਣਾ। ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਸੰਸਾਰ ਤੋਂ ਪਰਾ ਰੂਪ ਵੀਣਾ ਸੁੰਦਰ ਪ੍ਰਗਟ ਹੋਏ ਹੋ। ਅਪਰੰਪਰ ਜੋ ਸੰਸਾਰ ਤੋਂ ਪਰਾ ਰੂਪ ਹੈ ਵਾਹਿਗੁਰੂ ਪਰਮਾਤਮਾ ਵੀਣਾ, ਉਸ ਦਾ ਸੁੰਦਰ ਸਵਰੂਪ ਆਪ ਜੀ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਪ੍ਰਗਟ ਹੋਏ ਹੋ। ਖੇਲ ਗੂੜੋ ਕੀਓ ਹਰ ਰਾਏ, ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸੁਮਾਣੋ। ਖੇਲ ਗੂੜੋ ਕੀਓ ਹਰ ਰਾਏ, ਸੰਤੋਖ ਸਮਾਚਰਿਓ। ਹਰੀ ਜੋ ਰਾਜਾ ਸਰੂਪ ਹੈ, ਉਸ ਨੇ ਇੱਕ ਗੁੱਝਾ ਖੇਡ ਜਿਹੜਾ ਹੈ ਉਹ ਖੇਡਿਆ ਹੈ, ਰਚਿਆ ਹੈ। ਇੱਕ ਅਸਚਰਜ ਖੇਡ ਹਰੀ ਰਾਜੇ ਪਰਮਾਤਮਾ ਨੇ ਰਚੀ ਹੈ। ਉਹ ਇਹ ਵੀ ਧੰਨ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਪਰਮਾਤਮਾ ਆਪ ਜੀ ਦੇ ਸਵਰੂਪ ਵਿੱਚ ਪ੍ਰਗਟ ਹੋਇਆ ਹੈ। ਸੰਤੋਖ ਸਮਾਚਰਿਓ, ਫਿਰ ਭਲੀ ਪ੍ਰਕਾਰ ਆਪ ਜੀ ਨੇ ਸੰਤੋਖ ਨੂੰ, ਸਮਾਚਰਿਓ ਸਮ ਆਚਰਿਓ ਤੋਂ ਭਾਵ ਭਲੀ ਪ੍ਰਕਾਰ ਸੰਤੋਖ ਨੂੰ ਗ੍ਰਹਿਣ ਕੀਤਾ ਹੈ। ਬਿਮਲ ਬੁੱਧ ਸਤਿਗੁਰ ਸਮਾਣੋ, ਆਪ ਜੀ ਦੀ ਨਿਰਮਲ ਬੁੱਧੀ ਸਤਿਗੁਰੂ ਦੇ ਵਿੱਚ ਸਮਾਈ ਹੋਈ ਹੈ। ਆਜੂਨੇ ਸੰਭਵਿਓ ਸੁਜਸ ਕਲ ਕੀਓ ਹਰ ਰਾਏ, ਸੰਤੋਖ ਸਮਾਚਰਿਓ। ਆਜੂਨੇ ਸੰਭਵਿਓ ਸੁਜਸ ਕਲ ਕਵੀਅਣ ਬਖਾਣਿਓ। ਆਜੋਨੀ ਸੰਭਵਿਓ ਸੁਜਸ ਕਲ ਕਵੀਅਣ ਬਖਾਣਿਓ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਆਜੋਨੀ ਜੂਨਾਂ ਤੋਂ ਰਹਿਤ ਹੋ, ਸੰਭਵਿਓ ਸੁਤੇ ਪ੍ਰਕਾਸ਼ ਹੋ ਆਪ ਜੀ, ਅਥਵਾ ਸੱਚੇ ਪਾਤਸ਼ਾਹ ਆਪ ਜੂਨਾਂ ਤੋਂ ਰਹਿਤ ਹੋ ਵਾਸਤਵਿਕ ਦੇ ਵਿੱਚ, ਪਰ ਸੰਸਾਰੀ ਦ੍ਰਿਸ਼ਟੀ ਕਰਕੇ ਸੰਸਾਰ ਦੇ ਭਲੇ ਲਈ ਆਪ ਜੀ ਨੇ ਸੰਭਵਿਓ ਸੰਗ ਭਲੀ ਪ੍ਰਕਾਰ ਸੰਸਾਰ ਦੇ ਵਿੱਚ ਭਵਿਓ ਅਵਤਾਰ ਲਿਆ, ਸੰਸਾਰ ਦੇ ਲੋਕਾਂ ਨੂੰ ਉਤਾਰਨ ਲਈ। ਸੁਜਸ ਕਲ ਕਵੀਅਣ ਬਖਾਣਿਓ, ਭੱਟ ਕੱਲ ਜੀ ਕਥਨ ਕਰਦੇ ਨੇ ਸੱਚੇ ਪਾਤਸ਼ਾਹ ਆਪ ਜੀ ਦੇ ਸ੍ਰੇਸ਼ਟ ਜਸ ਨੂੰ ਕਵੀ ਜਨਾਂ ਨੇ ਵਖਿਆਣਿਆ, ਬਿਆਨ ਕੀਤਾ ਹੈ। ਬਹੁਤੇ ਕਵੀ ਜਨ ਆਪ ਜੀ ਦਾ ਸ੍ਰੇਸ਼ਟ ਜਸ ਕਥਨ ਕਰਦੇ ਹਨ। ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ। ਗੁਰ ਨਾਨਕ ਅੰਗਦ ਵਰਿਓ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ 'ਤੇ ਬਖਸ਼ਿਸ਼ਾਂ ਕੀਤੀਆਂ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵਡਿਆਇਆ, ਨਾਮ ਦੀਆਂ ਦਾਤਾਂ ਬਖਸ਼ ਕੇ, ਗੁਰਿਆਈ ਦੀ ਦਾਤ ਬਖਸ਼ ਕੇ ਵਡਿਆਇਆ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਵਡਿਆਇਆ। ਗੁਰ ਅੰਗਦ ਅਮਰ ਨਿਧਾਨ, ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਾਮ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ ਦੇ ਕਰਕੇ ਵਡਿਆਇਆ, ਗੁਰਤਾ ਗੱਦੀ ਦੀ ਵਡਿਆਈ ਬਖਸ਼ੀ। ਫਿਰ ਇਸੇ ਹੀ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਧੰਨ ਗੁਰੂ ਰਾਮਦਾਸ ਜੀ ਨੂੰ ਵਡਿਆਇਆ ਹੈ। ਗੁਰ ਰਾਮਦਾਸ ਕਵੀਅਣ ਬਖਾਣਿਓ। ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ। ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਣ। ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਣ। ਇਹ ਸਾਰੀ ਕਥਾ ਰਿਕਾਰਡ ਹੋ ਰਹੀ ਹੈ, ਨੈੱਟ 'ਤੇ ਪੈਣੀ ਹੈ, ਧਿਆਨ ਰੱਖਿਆ ਕਰੋ। ਤੁਸੀਂ ਪੰਕਤੀ ਬਹੁਤ ਵਾਰ ਅੱਗੇ ਪਿੱਛੇ ਕਰਦੇ ਹੈ, ਸੋ ਇਸ ਲਈ ਜ਼ਰੂਰੀ ਹੈ। ਗੁਰ ਰਾਮਦਾਸ ਅਰਜੁਨ ਵਰਿਓ, ਗੁਰੂ ਰਾਮਦਾਸ ਮਹਾਰਾਜ ਜੀ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਵਡਿਆਇਆ ਹੈ, ਵਡਿਆਈ ਬਖਸ਼ੀ ਹੈ। ਪਾਰਸ ਪਰਸ ਪ੍ਰਮਾਣ, ਪਾਰਸ ਰੂਪ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਰਸ ਛੋਹ ਕੇ
ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਆਪ ਜੀ ਪਾਰਸ ਦੇ ਪ੍ਰਮਾਣ ਸਦਰਸ਼ ਹੋਏ ਹੋ। ਸਦ ਜੀਵਨ ਅਰਜਨ ਅਮੋਲ ਅਜੂਨੀ ਸੰਭੋ। ਸਦ ਜੀਵਨ ਅਰਜੁਨ ਅਮੋਲ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਆਪ ਜੀ ਸਦਾ ਹੀ ਸੰਸਾਰੀ ਜੀਵਾਂ ਨੂੰ ਨਾਮ, ਸੇਵਾ, ਸਿਮਰਨ, ਭਗਤੀ ਵਾਲਾ ਜੀਵਨ ਬਖਸ਼ਣ ਵਾਲੇ ਹੋ। ਅਥਵਾ ਆਪ ਜੀ ਸਦਾ ਹੀ ਵਾਹਿਗੁਰੂ ਦੀ ਬੰਦਗੀ, ਭਗਤੀ ਦੇ ਵਿੱਚ ਜਿਉਂਦੇ ਹੋ। ਜਾਗਰਤ ਅਵਸਥਾ ਦੇ ਵਿੱਚ ਆਪ ਜਿਉਣ ਵਾਲੇ ਹੋ। ਸਦਾ ਹੀ ਆਪ ਚਿਰੰਜੀਵੀ ਹੋ। ਅਰਜੁਨ ਅਮੋਲ। ਗੁਰੂ ਅਰਜੁਨ ਦੇਵ ਜੀ, ਆਪ ਜੀ ਅਮੋਲਕ ਗੁਣਾਂ ਦਾ ਖਜ਼ਾਨਾ ਹੋ। ਆਜੂਨੀ ਸੰਭਵ। ਆਪ ਜੀ ਜੂਨਾਂ ਤੋਂ ਰਹਿਤ ਹੋ। ਸੰਭਵ। ਆਪ ਜੀ ਸੁਤੇ ਪ੍ਰਕਾਸ਼ ਹੋ। ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨਭਉ। ਅਪਾਰ ਅਨੰਗ ਭਉ। ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਭੈ ਭੰਜਨ। ਆਪ ਜੀ ਡਰ ਨੂੰ ਭੰਨਣ ਵਾਲੇ, ਭਾਵ ਨਾਸ਼ ਕਰਨ ਵਾਲੇ ਹੋ। ਜਿਸ ਵੇਲੇ ਸੁਲਹੀ ਖਾਂ ਚੜ੍ਹਾਈ ਕਰਕੇ ਆ ਰਿਹਾ ਸੀ ਤਾਂ ਗੁਰਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕੁਛ ਨਾ ਕੁਛ ਆਪਾਂ ਨੂੰ ਕਰਨਾ ਚਾਹੀਦਾ ਹੈ। ਜਾਂ ਤਾਂ ਉਸ ਵੱਲ ਚਿੱਠੀ ਭੇਜੀਏ, ਜਾਂ ਦੋ ਬੰਦੇ ਭੇਜੀਏ ਗੱਲਬਾਤ ਕਰਨ ਲਈ, ਸਿਆਣੇ ਬੰਦੇ ਜਾ ਕੇ ਗੱਲਬਾਤ ਕਰਨ, ਜਾਂ ਕੋਈ ਹੋਰ ਉਪਾਅ ਕਰੀਏ। ਤਾਂ ਮਹਾਰਾਜ ਨੇ ਗੁਰਸਿੱਖਾਂ ਦਾ ਭੈ ਦੂਰ ਕੀਤਾ ਕਿ ਗੁਰਸਿੱਖੋ ਤੁਸੀਂ ਵਾਹਿਗੁਰੂ 'ਤੇ ਭਰੋਸਾ ਰੱਖੋ, ਉਹ ਇੱਥੋਂ ਤੱਕ ਆ ਹੀ ਨਹੀਂ ਸਕੇਗਾ। ਸਤਿਗੁਰੂ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਸਦਾ ਹੀ ਸਤ ਨੇ ਔਰ ਅਟਲ ਹਨ। ਸੁਲਹੀ ਪਹੁੰਚ ਨਹੀਂ ਸਕਿਆ। ਸੋ ਪ੍ਰਿਥੀ ਚੰਦ ਕੋਲ ਆਇਆ ਸੀ, ਆਵੇ ਵਿੱਚ ਡਿੱਗ ਕੇ ਦੀ ਮੌਤ ਹੋ ਗਈ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਸੁਲਹੀ ਵੀ ਨਹੀਂ ਪਹੁੰਚ ਸਕਿਆ। ਅਤੇ ਸੁਲਹੀ ਦਾ ਭਤੀਜਾ ਸੀ ਸੁਲੱਭੀ, ਉਹ ਵੀ ਰਾਹ ਦੇ ਵਿੱਚ ਹੀ ਮਾਰਿਆ ਗਿਆ। ਇੱਕ ਸਿਪਾਹੀ ਦੇ ਨਾਲ ਉਹਦਾ ਝਗੜਾ ਹੋ ਗਿਆ ਵੀ ਇੰਨੇ ਸਮੇਂ ਤੋਂ ਤਨਖਾਹ ਨਹੀਂ ਦਿੱਤੀ, ਤੂੰ ਮੈਂ ਹੋ ਗਈ। ਉਹਨੇ ਤਲਵਾਰ ਦਾ ਵਾਰ ਕਰਕੇ ਸੁਲੱਭੀ ਦਾ ਸਿਰ ਲਾਹ ਦਿੱਤਾ। ਉਹ ਵੀ ਰਸਤੇ ਵਿੱਚ ਹੀ ਮਾਰਿਆ ਗਿਆ। ਸੋ ਪਹੁੰਚ ਨਹੀਂ ਸਕੇ ਮਹਾਰਾਜ ਤੱਕ। ਸੱਚੇ ਪਾਤਸ਼ਾਹ ਆਪ ਭੈ ਭੰਜਨ। ਭੈ ਨੂੰ, ਗੁਰਸਿੱਖਾਂ ਦੇ ਭੈ ਡਰ ਨੂੰ ਦੂਰ ਕਰਨ ਵਾਲੇ ਹੋ। ਪਰ ਦੁੱਖ ਨਿਵਾਰ। ਪਰ ਵਿਸ਼ੇਸ਼ ਕਰਕੇ ਜਾਂ ਭਲੀ ਪ੍ਰਕਾਰ ਆਪ ਦੁੱਖਾਂ ਨੂੰ ਨਿਵਾਰਨ ਵਾਲੇ, ਦੂਰ ਕਰਨ ਵਾਲੇ ਹੋ। ਅਪਾਰ ਅਨੰਗ ਭਉ। ਬੇਅੰਤ ਗੁਣ ਆਪ ਸੰਪੰਨ ਹੋ ਔਰ ਗਿਆਨ ਸਵਰੂਪ ਹੋ ਆਪ ਜੀ। ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਸੀਤਲ ਸੁਖ ਦਾਤਾ। ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ। ਸੱਚੇ ਪਾਤਸ਼ਾਹ ਇਹ ਜਿਹੜਾ ਮਨ ਅਗਹਿ, ਨਾ ਫੜਿਆ ਜਾਣ ਵਾਲਾ ਹੈ, ਅਪਕੜ ਮਨ ਹੈ, ਆਪ ਜੀ ਇਸ ਨੂੰ ਗਹਿਣ ਫੜਨ ਵਾਲੇ ਹੋ। ਭ੍ਰਮ ਭ੍ਰਾਂਤ ਦਹਿਣ। ਭਰਮ ਭ੍ਰਾਂਤੀ ਨੂੰ ਚੰਗੀ ਤਰ੍ਹਾਂ ਆਪ ਜੀ ਸਾੜ ਦੇਣ ਵਾਲੇ ਹੋ। ਸੀਤਲ ਸੁਖ ਦਾਤੋ। ਸੱਚੇ ਪਾਤਸ਼ਾਹ ਆਪ ਸੀਤਲਤਾ ਬਖਸ਼ਣ ਵਾਲੇ ਹੋ। ਆਪ ਜੀ ਦਾ ਸੀਤਲ ਸੁਭਾਅ ਹੈ। ਆਪ ਜੀ ਸੁੱਖਾਂ ਦੇ ਦਾਤੇ ਹੋ। ਅਸੰਭਵ ਉਦਵੇਓ ਪੁਰਖ ਪੂਰਨ ਵਿਧਾਤਾ। ਆਸੰਭਵ। ਅਸਚਰਜ ਸਵਰੂਪ ਹੋ ਆਪ ਜੀ। ਉਦਵਿਓ ਪੈਦਾ ਹੋਏ ਹੋ, ਪ੍ਰਗਟ ਹੋਏ ਹੋ। ਅਸਚਰਜ ਰੂਪ ਆਪ ਜੀ ਪ੍ਰਗਟ ਹੋਏ ਹੋ। ਪੁਰਖ ਪੂਰਨ ਵਿਧਾਤੋ। ਪੂਰਨ ਪੁਰਖ ਪਰਮਾਤਮਾ ਵਿਧਾਤੋ ਜਿਹੜਾ ਫਲਬਰ ਦਾਤਾ ਹੈ, ਆਪ ਜੀ ਉਸ ਦੇ ਸਵਰੂਪ ਹੋ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਦ ਲੈ ਕਰਕੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਜੀ, ਸਾਰੇ ਹੀ ਗੁਰੂ ਸਾਹਿਬਾਨ ਗੁਰੂ ਦੇ ਸ਼ਬਦ ਵਿੱਚ ਸਮਾਏ ਹੋਏ ਹੈ। ਆਪ ਵੀ ਸ਼ਬਦ ਦੇ ਵਿੱਚ ਲੀਨ ਹੋ। ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ। ਧੰਨ ਧੰਨ ਗੁਰੂ ਰਾਮਦਾਸ ਗੁਰ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰ ਪੂਜਨੀਕ ਧੰਨ ਹਨ। ਧੰਨਤਾ ਯੋਗ ਹਨ ਗੁਰੂ ਰਾਮਦਾਸ ਮਹਾਰਾਜ ਜੀ। ਜਿਸ ਪਾਰਸ ਰੂਪ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਛੋਹ ਕੇ ਗੁਰੂ ਅਰਜੁਨ ਦੇਵ ਜੀ ਆਪ ਜੀ ਨੇ ਆਪਣਾ ਆਪ ਵਾਹਿਗੁਰੂ ਦੇ ਵਿੱਚ ਮਿਲਾਉਣਾ ਕੀਤਾ ਹੈ। ਸੋ ਇਸ ਪ੍ਰਕਾਰ ਭੱਟ ਜਨ ਸਤਿਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸਿਫਤ ਵਡਿਆਈ ਕਰ ਰਹੇ ਹੈ।
ਸੋ ਇੱਥੋਂ ਤੱਕ 5 ਸਵਈਆਂ ਦੀ ਵਿਚਾਰ ਹੋਈ ਹੈ। ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਲਿਖੈ ਕਤਹਿ ਨ ਛੂਟੀਐ ਖਿਨ ਖਿਨ ਭੂਲਣ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।